ਅੱਜ ਆਪਾਂ ਸੋਲਵ ਕਰਾਂਗੇ ਦਸੰਬਰ 2015 ਦਾ ਸਾਇੰਸ ਪੋਰਸ਼ਨ ਵਾਲਾ ਹਿੱਸਾ ਜੀ, ਜਿਸ ਦੇ ਵਿੱਚ ਕੁਐਸਚਨ ਨੇ 121 ਤੋਂ ਲੈ ਕੇ ਜੀ 150 ਤੱਕ। ਕੁਐਸਚਨ ਨੰਬਰ 121 ਹੈ ਜੀ, ਵਿਚ ਵਨ ਆਫ ਦੀ ਨੇਚੁਰਲ ਪੋਲੀਮਰ, ਇਹਨਾਂ ਵਿੱਚੋਂ ਕਿਹੜਾ ਨੇਚੁਰਲ ਪੋਲੀਮਰ ਹੈ ਜੀ। ਆਪਾਂ ਨੂੰ ਪਤਾ ਕਿ ਨੇਚੁਰਲ ਪੋਲੀਮਰ ਕਿਹੜਾ ਜੀ, ਕੋਟਨ ਹੀ ਹੈ, ਬਾਕੀ ਸਾਰੇ ਦੇ ਸਾਰੇ ਕੀ ਨੇ, ਸਿੰਥੈਟਿਕ ਫਾਈਬਰਸ ਨੇ ਜੀ। ਆਹ ਜਿਹੜਾ ਆਪਣਾ ਨਾਈਲੋਨ ਹੈ ਜੀ, ਨਾਈਲੋਨ ਆਪਾਂ ਨੂੰ ਬਣਦਾ ਜੀ ਇਹ ਕੋਲ प्लस वाटर प्लस एयर तो मिल के जी, ठीक है जी। और ये बहुत स्ट्रोंग होंदा जी, स्ट्रोंग होंदा, लाइट वेट होंदा जी, इहदा लस्टरस भी होंदा जी, चमकदार भी होंदा जी। ये यूज़ किया जाता टू मैक क्लॉथ वगैरह जी, रोप्स रस्सियाँ वगैरह बनाने वास्ते जी, और सीट बेल्ट बनाने वास्ते यूज़ किया जाता है जी, ठीक है जी। नैक्सट जो रायन, रायन भी सिंथैटिक फाइबर है जी, ये चाइना के बनया सी जी अपना। तो सब तो पहला जो बनाया जाता सी फाइबर, सो कितों बनाया जाता, सिल्क तो बनाया जाता, जिस दे विच बहुत ਆਪਾਂ ਨੂੰ ਕੋਸਟ ਪੈਂਦੀ ਸੀ, ਯਾਨੀ ਕਿ ਆਪਾਂ ਨੂੰ ਕਾਫੀ ਕੋਸਟਲੀ ਪੈਂਦਾ ਸੀ, ਜਿਸ ਦੀ ਵਜ੍ਹਾ ਨਾਲ ਨੈਕਸਟ ਜਿਹੜਾ ਸੀ ਉਹ ਰਾਇਓਨ ਬਣਾਇਆ ਗਿਆ, ਜਿਹੜਾ ਕਿ ਵੂਡ ਪਲਪ ਤੋਂ ਬਣਾਇਆ ਗਿਆ ਜੀ, ਠੀਕ ਹੈ ਜੀ। ਨੈਕਸਟ ਹੈ ਪੋਲੀਏਸਟਰ। ਪੋਲੀਏਸਟਰ ਜੋ ਹੈ ਸਿੰਥੈਟਿਕ ਫਾਈਬਰ ਹੈ, ਇਹ ਯੂਜ਼ ਕੀਤਾ ਜਾਂਦਾ ਟੂ ਮੇਕ ਡਰੈਸ। ਇਸ ਦੀ ਫੇਮਸ ਜੋ ਟਾਈਪ ਹੈ ਉਹ PET ਹੈ ਜੀ। PET ਦੀ ਫੁੱਲ ਫਾਰਮ ਹੈ ਪੋਲੀਈਥਾਈਲੀਨ ਟ੍ਰਾਈਫੈਂਥਾਲੇਟ, पॉलीइथाइलेन ट्राइफेंथालेट, ठीक है जी। ये यूज़ किया जाता टू मेक बोटल्स, यूटेंसिल, और जी आप कह सकते हैं वायरस वगैरह बनाने वास्ते यूज़ किया जाता जी, ठीक है जी। तो इसका ऑप्शन 121 का है जी ऑप्शन ए कॉटन। कॉटन टोटली की है नेचुरल फाइबर है, बाकी सारे सारे की नहीं सिंथैटिक फाइबर ने जी। प्रपोर्शन ऑफ दिस स्मॉल, नेक्स्ट देखो 122, प्रपोर्शन ऑफ दिस स्मॉल पार्टिकल्स इज़ हाईएस्ट इन लोमी सॉइल ਦੇ ਵਿੱਚ ਹੁੰਦੇ ਨੇ ਸਭ ਤੋਂ ਸਮਾਲ ਪਾਰਟੀਕਲ ਜ਼ਿਆਦਾ, ਸੈਂਡੀ ਸੋਇਲ ਦੇ ਵਿੱਚ, ਕਲੇ ਸੋਇਲ ਦੇ ਵਿੱਚ, ਜਾਂ ਬੋਥ A ਐਂਡ C ਦੇ ਵਿੱਚ। ਤੇ ਇਸ ਦੇ ਵਿੱਚ ਕਲੇ ਸੋਇਲ ਦੇ ਵਿੱਚ ਸਭ ਤੋਂ ਜ਼ਿਆਦਾ ਫਾਈਨ ਪਾਰਟੀਕਲ ਹੁੰਦੇ ਨੇ, ਜਿਨ੍ਹਾਂ ਦਾ ਡਾਇਆਮੀਟਰ 2 ਮਾਈਕਰੋਮੀਟਰ ਤੋਂ ਵੀ ਘੱਟ ਹੁੰਦਾ ਜੀ, ਠੀਕ ਹੈ ਜੀ। ਜਿਹੜੀ ਲੋਮੀ ਸੋਇਲ ਹੈ, ਲੋਮੀ ਸੋਇਲ ਦੇ ਵਿੱਚ ਕੀ ਹੁੰਦਾ ਜੀ, ਮਿਕਸਚਰ ਆਫ ਦ ਸਮਾਲ ਪਾਰਟੀਕਲ ਪਲੱਸ ਲਾਰਜ ਪਾਰਟੀਕਲ ਦੋਨੇ ਹੀ ਹੁੰਦੇ ਨੇ ਜੀ। ਮੈਂ ਉਰੇ ਰਾਈਟ ਵੀ ਕਰ ਦਿੰਦਾ ਜੀ, ਮਿਕਸਚਰ ਆਫ ਸਮਾਲ ਪਲੱਸ ਲਾਰਜ ਪਾਰਟੀਕਲ ਦੋਨੋਂ ਹੀ ਹੁੰਦੇ ਨੇ ਜੀ। ਉਸ ਤੋਂ ਬਾਅਦ ਜਿਹੜੀ ਕਲੇ ਸੋਇਲ ਹੈ ਜੀ, ਇਸ ਦੇ ਵਿੱਚ ਫਾਈਨ ਪਾਰਟੀਕਲ ਯਾਨੀ ਕਿ ਸਮਾਲ ਪਾਰਟੀਕਲ ਜ਼ਿਆਦਾ ਹੁੰਦੇ ਨੇ, ਮੋਰ ਹੁੰਦੇ ਨੇ ਜੀ। ਔਰ ਥਰਡ ਜੋ ਹੈ ਸੈਂਡੀ ਸੋਇਲ, ਸੈਂਡੀ ਸੋਇਲ ਦੇ ਵਿੱਚ ਜਿਹੜੇ ਹੁੰਦੇ ਨੇ ਲਾਰਜ ਪਾਰਟੀਕਲ ਸਭ ਤੋਂ ਜ਼ਿਆਦਾ ਹੁੰਦੇ ਨੇ, ਜਿਸ ਦੇ ਕਾਰਨ ਇਸ ਦੇ ਵਿੱਚ ਟਾਈਟ ਗ੍ਰਿਪ ਨਹੀਂ ਹੁੰਦੀ ਜੀ। ਇਹ ਕੀ ਕਰਦਾ, ਵਾਟਰ ਬਹੁਤ ਜਲਦੀ ਡਰੇਨ ਕਰ ਲੈਂਦਾ, ਯਾਨੀ ਕਿ ਕੁਇਕਲੀ ਡਰੇਨ ਕਰ ਲੈਂਦਾ, ਠੀਕ ਹੈ ਜੀ। ਇਸ ਦੇ ਵਿੱਚ ਸਭ ਤੋਂ ਘੱਟ ਹੁੰਦਾ ਜੀ, ਔਰ ਇਸ ਦੇ ਵਿੱਚ ਹਵਾ ਵੀ ਬਹੁਤ ਸਭ ਤੋਂ ਘੱਟ ਹੁੰਦੀ ਹੈ ਜੀ। ਔਰ ਜੋ ਮੀਡੀਅਮ ਸਾਈਜ਼ ਹੁੰਦਾ ਹੈ ਉਹ ਲੋਮੀ ਸੋਇਲ ਦੇ ਵਿੱਚ ਹੁੰਦਾ। ਲੋਮੀ ਸੋਇਲ ਸੈਂਡੀ ਸੋਇਲ ਤੋਂ ਘੱਟ ਡਰੇਨ ਕਰਦੀ ਹੈ ਜੀ, ਔਰ ਕਲੇ ਸੋਇਲ ਤੋਂ ਵੱਧ ਕਰਦੀ ਹੈ, ਠੀਕ ਹੈ ਜੀ। ਇੰਟਰਮੀਡੀਏਟ ਹੁੰਦੀ ਹੈ ਸਟੇਟ, ਯਾਨੀ ਕਿ ਲੋਮੀ ਸੋਇਲ, ਜਿਹਦੇ ਵਿੱਚ ਆਪਣੇ ਫਾਈਨ ਪਾਰਟੀਕਲ ਔਰ ਲਾਰਜ ਪਾਰਟੀਕਲ ਦੋਨੋਂ ਹੀ ਹੁੰਦੇ ਨੇ। ਨੈਕਸਟ ਦੇਖੋ ਇਸ ਦੇ ਵਿੱਚ ਆਪਸ਼ਨ ਹੈ ਆਪਸ਼ਨ ਸੀ। ਨੈਕਸਟ ਦੇਖੋ ਵਿਚ ਸੋਰਸ ਬੁੱਕ ਹੈਲਪ ਇਨ ਕੀਪਿੰਗ ਆ ਰਿਕਾਰਡ ਆਫ ਆਲ ਦੀ ਇੰਡੇਂਜਰਡ ਐਨੀਮਲਸ ਐਂਡ ਪਲਾਂਟਸ। ਜਿਹੜੇ ਵੀ ਇੰਡੇਂਜਰਡ ਨੇ ਯਾਨੀ ਕਿ ਖਤਮ ਹੋਣ ਦੀ ਕਗਾਰ ਦੇ ਉੱਤੇ ਨੇ, ਉਹਨਾਂ ਦਾ ਡਾਟਾ ਕਿਸ ਬੁੱਕ ਦੇ ਵਿੱਚ ਰੱਖਿਆ ਜਾਂਦਾ ਜੀ, ਉਸ ਦਾ ਡਾਟਾ ਰੱਖਿਆ ਜਾਂਦਾ ਰੈੱਡ ਡਾਟਾ ਬੁੱਕ ਦੇ ਵਿੱਚ ਜੀ, ਠੀਕ ਹੈ ਜੀ। ਔਰ ਬਲੂ
ਡਾਟਾ ਬੁੱਕ ਦੇ ਵਿੱਚ ਰੱਖਿਆ ਜਾਂਦਾ ਜੀ ਇਕੋਲੋਜੀਕਲ ਡਾਟਾ, ਇਕੋਲੋਜੀ ਤੇ ਹੋਰ ਜੀ ਕੰਜ਼ਰਵੇਸ਼ਨ ਆਫ ਸਪੈਸੀਜ਼ ਦਾ ਵਗੈਰਾ ਦਾ ਰੱਖਿਆ ਜਾਂਦਾ ਜੀ, ਔਰ ਪ੍ਰਮੋਸ਼ਨ ਵਾਲੇ ਇਹ ਰੱਖਿਆ ਜਾਂਦੇ ਜਿਹਨਾਂ ਦਾ ਪ੍ਰਮੋਟ ਹੁੰਦੀਆਂ ਨੇ ਜਿਹੜੀਆਂ ਜੀ। ਨੈਕਸਟ ਹੈ ਗ੍ਰੀਨ ਡਾਟਾ ਬੁੱਕ। ਗ੍ਰੀਨ ਡਾਟਾ ਬੁੱਕ ਦੇ ਵਿੱਚ ਰੱਖਿਆ ਜਾਂਦਾ ਜੀ ਐਗਰੀਕਲਚਰ ਦਾ ਡਾਟਾ ਸਾਰਾ, ਔਰ ਇਹਦੇ ਵਿੱਚ ਕਹਿ ਰਿਹਾ ਫੋਰੈਸਟ, ਬਾਇਓਡਾਇਵਰਸਿਟੀ ਔਰ ਪੋਲੂਸ਼ਨ ਵਗੈਰਾ ਦਾ ਡਾਟਾ ਵੀ ਇਸ ਦੇ ਵਿੱਚ ਹੀ ਰੱਖਿਆ ਜਾਂਦਾ ਜੀ। ਨੈਕਸਟ ਹੈ ਬਲੈਕ ਡਾਟਾ ਬੁੱਕ। ਬਲੈਕ ਡਾਟਾ ਬੁੱਕ ਦੇ ਵਿੱਚ ਰੱਖਿਆ ਜਾਂਦਾ ਕਾਰਬਨ, ਜਿਹੜੀ ਕਾਰਬਨ ਇੰਡਸਟਰੀ ਹੈ ਜੀ, ਕਾਰਬਨ ਬਲੈਕ ਇੰਡਸਟਰੀ ਦਾ ਸਾਰਾ ਡਾਟਾ ਇਹਦੇ ਵਿੱਚ ਰੱਖਿਆ ਜਾਂਦਾ ਜੀ। ਔਰ ਇਹ ਹਰ ਸਾਲ ਰਿਲੀਜ਼ ਕੀਤੀ ਜਾਂਦੀ ਹੈ ਇਹਦੀ ਰਿਪੋਰਟ, ਔਰ ਕੁਆਟਰਲੀ ਇਹ ਯਾਨੀ ਕਿ ਨੋਟ ਕੀਤਾ ਜਾਂਦਾ ਜੀ, ਯਾਨੀ ਕਿ ਹਰ 4 ਮਹੀਨਿਆਂ ਬਾਅਦ ਨੋਟ ਕੀਤਾ ਜਾਂਦਾ ਜੀ। ਨੈਕਸਟ ਦੇਖੋ ਜੀ, ਨੈਕਸਟ ਹੈ ਜੀ ਕੁਐਸਚਨ ਨੰਬਰ 124, ਏਡਸ ਇਜ਼ ਕਾਜ਼ਡ ਬਾਈ ਦੀ। ਏਡਸ ਕਿਹਦੇ ਨਾਲ ਹੁੰਦੇ ਆਪਾਂ ਨੂੰ ਪਤਾ ਜੀ, ਉਹ ਕਦੇ ਨਾਲ ਹੁੰਦੀ ਹੈ, ਵਾਇਰਸ ਨਾਲ ਹੁੰਦੀ ਹੈ। ਤਾਂ ਮੋਸਕੀਟੋ ਦੇ ਨਾਲ ਹੋਣ ਵਾਲੀਆਂ ਦੇਖੋ ਬਿਮਾਰੀਆਂ ਡਿਜ਼ੀਜ਼ ਕਿਹੜੀਆਂ ਨੇ ਜੀ, ਮੋਸਕੀਟੋ ਦੇ ਨਾਲ ਹੋਣ ਵਾਲੀਆਂ ਡੇਂਗੂਜ਼ ਵਗੈਰਾ ਜੀ, ਮਲੇਰੀਆ ਵਗੈਰਾ ਹੋ ਜਾਂਦਾ, ਬ੍ਰੇਨ ਫੀਵਰ ਹੋ ਜਾਂਦਾ, ਔਰ ਚਿਕਨਗੁਨੀਆ ਵੀ ਇਸ ਦੇ ਨਾਲ ਹੀ ਹੁੰਦਾ ਜੀ। ਔਰ ਬੈਕਟੀਰੀਆ ਦੇ ਨਾਲ ਆਪਾਂ ਲਾਸਟ ਪੇਪਰ ਦੇ ਵਿੱਚ ਵੀ ਗੱਲ ਕਰ ਚੁੱਕੇ ਹਾਂ ਕਿ ਬੈਕਟੀਰੀਆ ਦੇ ਨਾਲ ਕੋਲਰਾ, ਟੀਬੀ, ਪਲੇਗ ਵਗੈਰਾ ਇਹ ਸਾਰੀਆਂ ਕਿਹਦੇ ਨਾਲ ਹੁੰਦੀਆਂ ਨੇ, ਬੈਕਟੀਰੀਆ ਦੇ ਨਾਲ ਬਿਮਾਰੀਆਂ ਹੁੰਦੀਆਂ ਨੇ, ਠੀਕ ਹੈ ਜੀ। ਔਰ ਪ੍ਰੋਟੋਜ਼ੋਨ ਦੇ ਨਾਲ ਜਿਹੜੀਆਂ ਹੋਣ ਵਾਲੀਆਂ ਬਿਮਾਰੀਆਂ ਨੇ ਉਹ ਕੀ ਹੈ, ਮਲੇਰੀਆ ਵੀ ਇਹਦੇ ਵਿੱਚ ਆਉਂਦਾ, ਔਰ ਚੈਗਾਸ ਔਰ ਡਿਜ਼ੀਜ਼ ਵਗੈਰਾ ਵੀ ਇਸ ਦੇ ਵਿੱਚ ਹੀ ਆਉਂਦੀਆਂ ਨੇ ਜੀ। ਨੈਕਸਟ ਦੇਖੋ ਜੀ ਮਰਕਰੀ ਪੋਲੂਸ਼ਨ ਕਾਜ਼ ਬਾਈ ਦੀ। ਮਰਕਰੀ ਦੇ ਪੋਲੂਸ਼ਨ ਨਾਲ ਕਿਹੜਾ ਯਾਨੀ ਕਿ ਕਿਹੜੀ ਬਿਮਾਰੀ ਹੁੰਦੀ ਹੈ ਜੀ, ਬਲੈਕ ਫੁੱਟ ਡਿਜ਼ੀਜ਼ ਹੁੰਦੀ ਹੈ, ਇਟਾਈ ਡਿਜ਼ੀਜ਼ ਹੁੰਦੀ ਹੈ, ਬਲੂ ਬੇਬੀ ਸੈਂਡਰੋਮ ਹੁੰਦੇ ਨੇ, ਜਾਂ ਮਿਨਾਪਤਾ ਡਿਜ਼ੀਜ਼ ਹੁੰਦੀ ਹੈ। ਇਸ ਦੇ ਨਾਲ ਹੁੰਦੀ ਹੈ ਜੀ ਮਿਨਾਪਤਾ ਡਿਜ਼ੀਜ਼ ਹੁੰਦੀ ਹੈ, ਜਿਸ ਦੇ ਵਿੱਚ ਕੀ ਹੁੰਦਾ ਹੈ ਜੀ, ਜਿਹੜੇ ਹੱਥ ਪੈਰ ਹੁੰਦੇ ਨੇ ਜੀ ਉਹ ਨਮ ਬਲੈਸ ਹੋਣ ਲੱਗ ਜਾਂਦੇ ਨੇ, ਯਾਨੀ ਕਿ ਹੱਥ ਪੈਰ ਸੁੰਨ ਹੋਣ ਲੱਗ ਜਾਂਦੇ ਨੇ। ਇਸ ਦੇ ਵਿੱਚ ਨਮ ਆਫ ਹੈਂਡ ਐਂਡ ਫੀਟ, ਠੀਕ ਹੈ ਜੀ, ਮਰਕਰੀ ਪੋਲੂਸ਼ਨ ਦੇ ਨਾਲ, ਠੀਕ ਹੈ ਜੀ। ਮਰਕਰੀ ਪੋਲੂਸ਼ਨ ਜ਼ਿਆਦਾਤਰ ਜਿਹੜਾ ਕੀ ਹੈ ਫਿਊਲ ਦੇ ਜ਼ਿਆਦਾ ਬਰਨ ਹੋਣ ਦੇ ਨਾਲ ਮਰਕਰੀ ਪੋਲੂਸ਼ਨ ਹੁੰਦਾ, ਔਰ ਜ਼ਿਆਦਾ ਖੁਦਾਈ ਹੋਣ ਦੇ ਨਾਲ ਮਰਕਰੀ ਜੋ ਹੈ ਮਰਕਰੀ ਪੋਲੂਸ਼ਨ ਫੇਰ ਰਿਹਾ ਜੀ। ਜੋ ਬਲੈਕ ਫੀਟ ਡਿਜ਼ੀਜ਼ ਹੈ ਜੀ ਉਹ ਵਾਲੀ ਹੁੰਦੀ ਹੈ ਜੀ ਆਪਣੇ, ਉਹ ਹੁੰਦੀ ਹੈ ਜੀ ਆਰਸੈਨਿਕ ਵਾਟਰ ਦੇ ਨਾਲ, ਯਾਨੀ ਕਿ ਜਦੋਂ ਵਾਟਰ ਦੇ ਵਿੱਚ ਆਰਸੈਨਿਕ ਮਿਲ ਜਾਂਦਾ ਤਾਂ ਉਸ ਦੇ ਨਾਲ ਕਿਹੜੀ ਬਿਮਾਰੀ ਹੋ ਜਾਂਦੀ ਹੈ, ਬਲੈਕ ਫੀਟ ਡਿਜ਼ੀਜ਼ ਹੋ ਜਾਂਦੀ ਹੈ। ਇਟਾਈ ਡਿਜ਼ੀਜ਼ ਜਿਹੜੀ ਹੁੰਦੀ ਹੈ ਜੀ ਕੈਡਮੀਆ ਦੇ ਨਾਲ ਹੁੰਦੀ ਹੈ ਜੀ, ਇਹ ਜ਼ਿਆਦਾਤਰ ਜਾਪਾਨ ਦੇ ਵਿੱਚ ਪਾਈ ਜਾਂਦੀ ਹੈ ਜੀ। ਔਰ ਬਲੈਕ ਬੇਬੀ ਸੈਂਡਰੋਮ ਜਿਹੜੇ ਨੇ ਉਹ ਕਿਹਦੇ ਨਾਲ ਹੁੰਦੇ ਜੀ, ਨਾਈਟ੍ਰੇਟ ਦੇ ਨਾਲ ਹੁੰਦੀ ਹੈ, ਠੀਕ ਹੈ ਜੀ। ਤਾਂ ਇਸ ਦੇ ਵਿੱਚ ਆਪਸ਼ਨ ਜਿਹੜੀ ਹੈ ਮਰਕਰੀ ਦੇ ਪੋਲੂਸ਼ਨ ਨਾਲ ਕਿਹੜੀ ਬਿਮਾਰੀ ਹੁੰਦੀ ਹੈ, ਮਿਨਾਪਟਾ ਡਿਜ਼ੀਜ਼। ਵਿਚ ਬੈਕਟੀਰੀਆ ਇਜ਼ ਰਿਸਪੋਂਸੀਬਲ ਫॉर द ਨਾਈਟ੍ਰੋਜਨ ਫਿਕਸੇਸ਼ਨ। ਇਸ ਦੇ ਵਿੱਚ ਆਪਾਂ ਨੂੰ ਪਤਾ ਹੈ ਕਿ ਨਾਈਟ੍ਰੋਜਨ ਫਿਕਸੇਸ਼ਨ ਵਾਸਤੇ ਕਿਹੜਾ ਬੈਕਟੀਰੀਆ ਰਿਸਪੋਂਸੀਬਲ ਹੈ ਜੀ, ਰਿਜ਼ੋਬੀਅਮ, ਠੀਕ ਹੈ ਜੀ। ਜਿਹੜਾ ਲੈਕਟੋਬੈਸਿਲਸ ਉਹ ਆਪਾਂ ਨੂੰ ਪਤਾ ਜੀ ਕਰਡ ਬਣਾਉਣ ਦੇ ਵਿੱਚ ਕੰਮ ਆਉਂਦਾ ਜੀ। ਔਰ ਕੋਲੀ ਜਿਹੜਾ ਆਪਣਾ ਇਹ ਇੰਟੈਂਸਟਾਈਨ ਦੇ ਵਿੱਚ ਹੁੰਦਾ ਜੀ, ਇੰਟੈਂਸਟਾਈਨ ਦੇ ਵਿੱਚ ਹੁੰਦਾ ਜੀ ਆਪਣੇ। ਔਰ ਜੋ ਸਪਾਇਰੋਗੈਰੀਆ ਜੀ ਇਹ ਕੀ ਹੁੰਦੀ ਹੈ, ਇਹ ਅਲਜਾਈ ਹੁੰਦੀ ਹੈ ਜਿਹੜੀ ਵਾਟਰ ਦੇ ਉੱਤੇ ਆਪਾਂ ਨੂੰ ਪਤਾ ਹੈ ਗ੍ਰੀਨ ਫਿਰਦੀ ਹੁੰਦੀ ਹੈ, ਉਹਨੂੰ ਕੀ ਕਹਿੰਦੇ ਨੇ, ਸਪਾਇਰੋਗੈਰਾ। ਉਸ ਤੋਂ ਬਾਅਦ ਕੁਐਸਚਨ ਨੰਬਰ 127 ਦੇਖੋ ਜੀ, ਇਨਸੂਲਿਨ ਹਾਰਮੋਨਸ ਇਜ਼ ਸੈਕ੍ਰੇਟਡ ਬਾਈ ਦੀ। ਇਨਸੂਲਿਨ ਜਿਹੜੇ ਹਾਰਮੋਨ ਨੇ ਉਹ ਕਿਹਦੇ ਦੁਆਰਾ ਕੱਢੇ ਜਾਂਦੇ ਨੇ ਜੀ, ਉਹ ਕਿਹਦੇ ਦੁਆਰਾ ਨਿਕਲਦੇ ਨੇ, ਯਾਨੀ ਕਿ ਕਿਹਦੇ ਵਿੱਚੋਂ ਨਿਕਲਦੇ ਨੇ, ਪੈਨਕ੍ਰੀਅਸ ਗਲੈਂਡ ਦੇ ਵਿੱਚੋਂ ਨਿਕਲਦੇ ਨੇ ਜੀ। ਔਰ ਜਿਹੜੇ ਪਿਚੁਅਰੀ ਗਲੈਂਡਸ ਹੁੰਦੇ ਨੇ ਜੀ ਉਹ ਇੱਕ ਤਰ੍ਹਾਂ ਦੇ ਹਾਰਮੋਨਸ ਬਣਾਉਂਦੇ ਨੇ, ਇਹ ਵੀ ਹਾਰਮੋਨ ਹੀ ਰਿਲੀਜ਼ ਕਰਦੇ ਨੇ। ਜਿਹੜੇ ਹਾਰਮੋਨ ਕੀ ਯੂਜ਼ ਕੀਤੇ ਜਾਂਦੇ ਨੇ, ਹੈਲਪ ਕਰਦੇ ਨੇ ਬ੍ਰੇਨ ਦੇ ਕੰਮ ਕਰਨ ਦੇ ਵਿੱਚ ਜੀ, ਸਕਿਨ ਨੂੰ ਆਪਣੀ ਪ੍ਰੋਪਰ ਰੱਖਦੇ ਨੇ, ਉਸ ਤੋਂ ਬਾਅਦ ਵਿਜ਼ਨ ਆਪਣਾ ਠੀਕ ਰੱਖਦੇ ਨੇ ਜੀ, ਠੀਕ ਹੈ ਨਾ। ਇਸ ਤਰ੍ਹਾਂ ਦੀਆਂ ਬਹੁਤ ਸਾਰੇ ਇਹ ਫੰਕਸ਼ਨ ਕਰਦੇ ਨੇ ਜੀ। ਨੈਕਸਟ ਜਿਹੜੇ ਨੇ ਆਪਣੇ ਲਵੇ ਥਾਇਰਾਇਡ ਗਲੈਂਡ ਜਿਹੜੇ ਕੰਮ ਵਰਕ ਕਰਦੇ ਨੇ ਆਪਣੀ ਗਰੋਥ ਡਿਵੈਲਪਮੈਂਟ ਵਾਸਤੇ ਜੀ, ਡਿਵੈਲਪਮੈਂਟ ਵਾਸਤੇ। ਔਰ ਐਂਡਰੀਅਲ ਗਲੈਂਡ ਜਿਹੜੇ ਕੰਮ ਕਰਦੇ ਨੇ ਉਹ ਕਾਹਦੇ ਵਾਸਤੇ ਕੰਮ ਕਰਦੇ ਨੇ ਜੀ, ਉਹ ਸਟ੍ਰੈਸ ਵਗੈਰਾ ਆਪਣੀ ਕੰਟਰੋਲ ਰੱਖਦੇ ਨੇ, ਸਟ੍ਰੈਸ ਹੋਇਆ, BP ਵਗੈਰਾ ਹੋਇਆ ਜੀ, ਇਹਨਾਂ ਉੱਤੇ ਆਪਣਾ ਕੰਟਰੋਲ ਰੱਖਦੇ ਨੇ ਜੀ, ਜਿਵੇਂ ਇਮਿਊਨ ਸਿਸਟਮ ਵੀ ਇਹੀ ਕੰਟਰੋਲ ਕਰਕੇ ਰੱਖਦਾ ਜੀ। ਨੈਕਸਟ ਦੇਖੋ ਜੀ ਕੁਐਸਚਨ ਨੰਬਰ 128,
The conservation of protein waste and the ammonium into the urea occurs mainly in kidney, lungs, liver and intestine ਦੇ ਵਿੱਚ ਜੀ। ਜਿਹੜਾ ਜੀ ਪ੍ਰੋਟੀਨ ਆ ਉਹ ਕਨਵਰਟ ਕੀਤਾ ਜਾਂਦਾ ਯੂਰੀਆ ਦੇ ਅਮੋਨੀਆ ਦੇ ਵਿੱਚ, ਯਾਨੀ ਕਿ ਅਮੋਨੀਆ ਔਰ ਇਨਟੂ ਯੂਰੀਆ ਦੇ ਵਿੱਚ ਕਨਵਰਟ ਕਰਕੇ ਭੇਜ ਦਿੱਤਾ ਜਾਂਦਾ ਕਿਡਨੀ ਨੂੰ। ਤਾਂ ਇਹ ਕਿਹਦੇ ਦੁਆਰਾ ਕੀਤਾ ਜਾਂਦਾ? ਲੀਵਰ ਦੇ ਦੁਆਰਾ ਕੀਤਾ ਜਾਂਦਾ ਜੀ। ਔਰ ਲੀਵਰ ਕੀ ਕਰਦਾ? ਪਹਿਲਾਂ ਤਾਂ ਸਭ ਤੋਂ ਪਹਿਲਾਂ ਪ੍ਰੋਟੀਨ ਨੂੰ ਬ੍ਰੇਕ ਡਾਊਨ ਕਰਦਾ, ਪ੍ਰੋਟੀਨ ਨੂੰ ਬ੍ਰੇਕ ਡਾਊਨ ਕਰਕੇ ਕਿਹਦੇ ਵਿੱਚ ਕਨਵਰਟ ਕਰਦਾ? ਅਮੋਨੀਆ ਦੇ, ਔਰ ਅਮੋਨੀਆ ਕਨਵਰਟ ਹੁੰਦਾ ਯੂਰੀਆ ਦੇ ਵਿੱਚ। ਯੂਰੀਆ ਫਿਰ ਕੀ ਆ ਲੀਵਰ ਦੇ ਦੁਆਰਾ ਕਿਡਨੀ ਦੇ ਵਿੱਚ ਭੇਜ ਦਿੱਤਾ ਜਾਂਦਾ, ਔਰ ਉਸ ਤੋਂ ਬਾਅਦ ਕੀ ਹੋ ਜਾਂਦਾ? ਐਕਸਕ੍ਰੀਟ ਹੋ ਜਾਂਦਾ ਆਪਣੀ ਬੋਡੀ ਦੇ ਵਿੱਚੋਂ ਜੀ। ਤਾਂ ਇਸ ਦੇ ਵਿੱਚ ਕੀ ਕੰਮ, ਕਿਹੜਾ ਕੰਮ ਕਰਦਾ? ਇਹ ਲੀਵਰ ਕੰਮ ਕਰਦਾ ਜੀ। ਇਹ ਸਾਰਾ ਪ੍ਰੋਟੀਨ ਜਿਹੜਾ ਵੇਸਟ ਆ ਉਹ ਅਮੋਨੀਆ ਦੇ ਵਿੱਚ ਕਨਵਰਟ ਕਰਕੇ ਔਰ ਫਿਰ ਯੂਰੀਆ ਦੇ ਵਿੱਚ ਕਨਵਰਟ ਹੋ ਕੇ ਕਿਡਨੀ ਦੇ ਥਰੂ ਐਕਸਕ੍ਰੀਟ ਹੋ ਜਾਂਦਾ। ਨੈਕਸਟ ਦੇਖੋ ਜੀ ਕੁਐਸਚਨ ਨੰਬਰ 129, ਐਨ ਇੰਟਰਨੈਸ਼ਨਲ ਐਗਰੀਮੈਂਟ ਬਿਟਵੀਨ ਦੀ ਗੌਰਮੈਂਟ ਟੂ ਦੀ ਸੇਵ ਦੀ ਇੰਡੇਂਜਰਡ ਸਪੀਸੀਜ਼। ਜਿਹੜਾ ਜੀ ਗੌਰਮੈਂਟ ਔਰ ਇੰਟਰਨੈਸ਼ਨਲ ਆਰਗੇਨਾਈਜੇਸ਼ਨ ਦੇ ਵਿੱਚ ਸਮਝੌਤਾ ਹੋਇਆ, ਉਹ ਕਿਹੜੀ ਇੰਟਰਨੈਸ਼ਨਲ ਆਰਗੇਨਾਈਜੇਸ਼ਨ ਹੈ ਜਿਹੜਾ ਗੌਰਮੈਂਟ ਦੇ ਨਾਲ ਜਿਨ੍ਹਾਂ ਨੇ ਸਮਝੌਤਾ ਕੀਤਾ? ਉਹ ਹੈਗਾ ਜੀ ਫਸਟ ਆਪਣੀ ਸਿਟੀਜ਼। ਇਸ ਦੀ ਫੁੱਲ ਫਾਰਮ ਹੈ ਜੀ ਆਪਣੇ ਲਵੇ ਕੰਜ਼ਰਵੇਸ਼ਨ ਔਨ ਦੀ ਇੰਟਰਨੈਸ਼ਨਲ ਟ੍ਰੇਡ ਇਨ ਇੰਡੇਂਜਰ ਸਪੀਸੀਜ਼। ਠੀਕ ਹੈ ਜੀ, ਇਹਦੇ ਮੈਂ ਉਰੇ ਲਿਖ ਵੀ ਦਿੰਦਾ ਜੀ। conservation on international trade in endangered species। ਇਹ ਹੈਗਾ ਜੀ CITES ਦੀ ਫੁੱਲ ਫਾਰਮ ਜੀ। ਨੈਕਸਟ ਹੈਗਾ ਜੀ ਇਸ ਦੇ ਵਿੱਚ ਇਹਦੇ ਨਾਲ ਸਮਝੌਤਾ ਹੋਇਆ ਜੀ ਸਾਰਿਆਂ ਦਾ ਕਿ ਆਪਾਂ ਜਿਹੜੇ ਇੰਡੇਂਜਰ ਸਪੀਸੀਜ਼ ਨੇ ਉਹਨਾਂ ਨੂੰ ਬਚਾਇਆ ਜਾਵੇ। ਨੈਕਸਟ ਹੈ ਜੀ FAO ਕੀ ਹੈ ਜੀ? ਫੂਡ ਐਂਡ ਐਗਰੀਕਲਚਰ ਆਰਗੇਨਾਈਜੇਸ਼ਨ, ਇਹ ਵਾਲੀ ਆਪਣੀ ਹੈ। ਔਰ ਯੂਨੈਸਕੋ ਆਪਾਂ ਨੂੰ ਸਾਰਿਆਂ ਨੂੰ ਪਤਾ ਹੀ ਹੈ, ਇਹ ਕੀ ਹੈ? ਯੂਨਾਈਟਿਡ ਨੇਸ਼ਨ ਐਜੂਕੇਸ਼ਨ ਸਾਇੰਟਿਫਿਕ ਐਂਡ ਦੀ ਕਲਚਰ ਆਰਗੇਨਾਈਜੇਸ਼ਨ ਹੈ ਜੀ ਆਪਣੇ ਲਵੇ। ਔਰ ਯੂਨੀਸੈਫ ਕੀ ਹੈ ਆਪਣੇ ਲਵੇ? ਯੂਨਾਈਟਿਡ ਨੇਸ਼ਨ ਚਿਲਡਰਨ ਫੰਡ ਹੈ ਜੀ। ਠੀਕ ਹੈ ਜੀ। ਤਾਂ ਕੁਐਸਚਨ ਨੰਬਰ 130 ਦੇਖੋ ਜੀ, ਵਿਚ ਔਰਗੇਨਲ ਇਜ਼ ਨੋਨ ਐਜ਼ ਦੀ ਪਾਵਰ ਹਾਊਸ ਆਫ ਦੀ ਸੈੱਲ। ਪਾਵਰ ਹਾਊਸ ਯਾਨੀ ਕਿ ਜਿਹੜੀਆਂ ਸੈੱਲ ਦੇ ਵਿੱਚ ਐਕਟੀਵਿਟੀਜ਼ ਹੁੰਦੀਆਂ ਨੇ ਉਹਨਾਂ ਨੂੰ એનર્ਜੀ ਕੌਣ ਪ੍ਰੋਵਾਈਡ ਕਰਦਾ ਜੀ? ਉਹ ਕਰਦਾ ਜੀ ਮਾਈਟੋਕੌਂਡਰੀਆ। ਤਾਂ ਮਾਈਟੋਕੌਂਡਰੀਆ ਪਾਵਰ ਹਾਊਸ ਦਾ ਕੰਮ ਕਰਦਾ ਜੀ। ਨੈਕਸਟ ਦੇਖੋ ਜੀ ਕੁਐਸਚਨ ਨੰਬਰ 131, ਵਿਚ ਆਫ ਦੀ ਫਲੋਇੰਗ ਟੀਚਿੰਗ ਸਟ੍ਰੈਟਜੀ ਵਿਲ ਟੀਚ ਯੂਜ਼ ਇਨ ਦੀ ਕਲਾਸਰੂਮ ਫॉर ਡਿਵੈਲਪਮੈਂਟ ਸਾਇੰਟਿਫਿਕ ਐਟੀਟਿਊਡ ਅਮੰਗ ਦੀ ਸਟੂਡੈਂਟ ਦੇ ਵਿੱਚ ਕਿਸ ਤਰ੍ਹਾਂ ਸਾਇੰਟਿਫਿਕ ਐਟੀਟਿਊਡ ਪੈਦਾ ਕੀਤਾ ਜਾ ਸਕਦਾ ਜੀ? ਕਿ ਡੈਮੋਨਸਟ੍ਰੇਸ਼ਨ ਮੈਥਡ ਦੇ ਨਾਲ, ਲੈਕਚਰ ਮੈਥਡ ਦੇ ਨਾਲ, ਜਾਂ ਡਿਸਕਸ਼ਨ ਮੈਥਡ ਦੇ ਨਾਲ, ਜਾਂ ਪ੍ਰੋਬਲਮ ਸੋਲਵਿੰਗ ਮੈਥਡ ਦੇ ਨਾਲ। ਦੇਖੋ ਇਹ ਸਭ ਤੋਂ ਜਿਹੜਾ ਆਪਣਾ ਇਫੈਕਟਿਵ ਰਹੂਗਾ ਉਹ ਕੀ ਹੋਊਗਾ? ਪ੍ਰੋਬਲਮ ਸੋਲਵਿੰਗ ਮੈਥਡ ਸਭ ਤੋਂ ਇਫੈਕਟਿਵ ਰਹੂਗਾ, ਜਿਸ ਦੇ ਵਿੱਚ ਬੱਚਾ ਆਪਣੀ ਐਕਟੀਵਿਟੀਜ਼ ਦੇ ਥਰੂ ਪ੍ਰੋਬਲਮ ਨੂੰ ਸੋਲਵ ਕਰੂਗਾ। ਨੈਕਸਟ ਦੇਖੋ ਕੁਐਸਚਨ ਨੰਬਰ 132, ਸਾਹਿਲ ਇਜ਼ ਵੈਰੀ ਇੰਟੈਲੀਜੈਂਟ, ਹੀ finished a class test very quickly but disturb the rest of the class, what will you do as a teacher? ਤੁਸੀਂ ਟੀਚਰ ਹੋਣ ਦੇ ਨਾਤੇ ਤੁਸੀਂ ਕੀ ਕਰੋਗੇ? ਕੀ ਉਹਨੂੰ ਪੁਨਿਸ਼ ਕਰੋਗੇ? ਨਹੀਂ ਜੀ, ਆਪਾਂ ਪੁਨਿਸ਼ ਵੀ ਨਹੀਂ ਕਰ ਸਕਦੇ। ਵਾਰਮ ਹਿਮ ਨੋਟ ਟੂ ਦਿਸ, ਕਿ ਉਹ ਇਸ ਤਰ੍ਹਾਂ ਦੀ ਆਪਾਂ ਉਹਨਾਂ ਨੂੰ ਉਹ ਕਹਾਂਗੇ ਕਿ ਉਹ ਅੱਗੇ ਤੋਂ ਇਹ ਜਿਹਾ ਕੰਮ ਨਾ ਕਰੇ ਜਾਂ ਬੈਠ ਜਾਵੇ ਟਿੱਕੇ। ਨੈਕਸਟ ਦੇਖੋ ਜੀ ਕੰਪਲੇਂਟ ਟੂ ਦੀ ਪੈਰੈਂਟਸ ਨੂੰ ਕੰਪਲੇਂਟ ਕਰਾਂਗੇ ਬੱਚੇ ਦੇ ਇਨਡਿਸਿਪਲਿਨ ਬਾਰੇ, ਜਾਂ ਗਿਵ ਹਿਮ ਟੂ ਦੀ ਮੋਰ ਚੈਲੰਜਿੰਗ ਟਾਸਕ। ਤਾਂ ਇਹ ਸਭ ਤੋਂ ਬੈਸਟ ਆਪਸ਼ਨ ਹੈ ਜੀ, ਜਿਹੜਾ ਆਪਾਂ ਕੀ ਕਰਾਂਗੇ? ਚੈਲੰਜਿੰਗ ਹੋਰ ਜ਼ਿਆਦਾ ਉਹਨੂੰ ਟਾਸਕ ਦੇਵਾਂਗੇ ਜੋ ਕਿ ਉਹ ਜਲਦੀ ਕੰਪਲੀਟ ਕਰ ਲਵੇ ਜੀ। ਨੈਕਸਟ ਹੈ ਕੁਐਸਚਨ ਨੰਬਰ 133, ਅ ਸਾਇੰਸ ਟੀਚਰ ਸ਼ੁੱਡ ਐਮਫੈਸਿਸ ਔਨ ਦੀ ਐਪਰੀਸ਼ੀਏਟਿੰਗ ਦੀ ਸਾਇੰਸ ਬਿਕੋਜ਼, ਯਾਨੀ ਕਿ ਪ੍ਰਸ਼ੰਸਾ ਕਰੇ ਸਾਇੰਸ ਦੀ ਕਾਹਦੇ ਲਈ? ਇਟ ਗਿਵ ਦੀ ਸਟੂਡੈਂਟ ਦੀ ਰੀਅਲ ਫੀਲਡ ਆਫ ਸਾਇੰਸ, it provide the opportunity for the emotional satisfying experience and for the development of the emotional depth। ये भी ठीक है जी, ये भी ठीक है। it gave us an inside view of the method and the procedure used for the scientific, ये भी ठीक है जी। और all of the above बिल्कुल सारे ठीक ने जी। ये सारे की होंगे इस दे विच ऑप्शन दे विच correct होंगे, जो कि emphasize करेंगे on appreciating the science। नेक्स्ट देखो जी, नेक्स्ट देखिए क्वेश्चन नंबर 134, विच वन इज़ दी लर्न सेंटर
ਲਰਨਰ ਸੈਂਟਰਡ ਮੈਥਡ, ਜਿਹੜਾ ਕਿ ਲਰਨਰ ਸੈਂਟਰਡ ਯਾਨੀ ਕਿ ਚਾइल्ड ਸੈਂਟਰਡ ਵੀ ਕਹਿ ਦਿੱਤਾ ਜਾਂਦਾ ਕਿ ਲੈਕਚਰ ਮੈਥਡ हुआ, ਹੌਰਿਸਟਿਕ ਮੈਥਡ हुआ, ਹਿਸਟੋਰੀਕਲ ਮੈਥਡ हुआ ਜਾਂ ਲੈਕਚਰ ਕਮ ਡੈਮੋਨਸਟ੍ਰੇਸ਼ਨ ਮੈਥਡ हुआ। ਇਸ ਦੇ ਵਿੱਚ ਕੀ ਹੋਊਗਾ, ਹਿਊਰਿਸਟਿਕ ਮੈਥਡ ਹੋਊਗਾ। ਹਿਊਰਿਸਟਿਕ ਮੈਥਡ ਦੇ ਵਿੱਚ ਕੀ ਕੀਤਾ ਜਾਂਦਾ ਜੀ, ਇੱਕ ਪ੍ਰੋਬਲਮ ਦੇ ਦਿੱਤੀ ਜਾਂਦੀ ਹੈ ਬੱਚੇ ਨੂੰ, ਠੀਕ ਹੈ ਨਾ। ਉਹ ਪ੍ਰੋਬਲਮ ਕੀ ਕਰਦਾ ਬੱਚਾ, ਸੋਲਵ ਕਰਦਾ ਆਪਣੇ ਐਕਟੀਵਿਟੀਜ਼ ਦੇ ਥਰੂ, ਠੀਕ ਹੈ ਨਾ ਜੀ। ਉਸ ਨੂੰ ਕੋਈ ਗਾਈਡੈਂਸ ਨਹੀਂ ਦਿੱਤੀ ਜਾਂਦੀ, ਉਸ ਨੂੰ ਸਿਰਫ ਪ੍ਰੋਬਲਮ ਦੱਸ ਦਿੱਤੀ ਜਾਂਦੀ ਹੈ, ਉਹ ਆਪਣੀ ਨੌਲੇਜ ਦੇ ਨਾਲ ਉਸ ਪ੍ਰੋਬਲਮ ਨੂੰ ਸੋਲਵ ਕਰਦਾ। ਤਾਂ ਇਹ ਪੂਰੀ ਦੀ ਪੂਰੀ ਕੀ ਹੈ, ਲਰਨਰ ਸੈਂਟਰ ਮੈਥਡ ਹੈ, ਠੀਕ ਹੈ ਜੀ, ਜਿਸ ਨੂੰ ਕਿਹਾ ਜਾਂਦਾ ਹਿਊਰਿਸਟਿਕ ਮੈਥਡ। ਨੈਕਸਟ ਦੇਖੋ ਜੀ, ਕੁਐਸਚਨ ਨੰਬਰ 135। The aim of the education is to promote the all-round development of the child. Which of the following is not included in it? ਕੀ ਫਿਜ਼ੀਕਲ ਡਿਵੈਲਪਮੈਂਟ ਉਹਦੇ ਵਿੱਚ ਹੈਗੀ ਹੈ? ਹਾਂਜੀ ਬਿਲਕੁਲ ਹੈਗੀ ਹੈ। ਮੋਰਲ ਡਿਵੈਲਪਮੈਂਟ ਬਿਲਕੁਲ ਇਹ ਵੀ ਹੈਗੇ ਜੀ। ਮੈਂਟਲ ਡਿਵੈਲਪਮੈਂਟ ਇਹ ਵੀ ਹੈਗੇ ਜੀ। ਇਕਨੋਮਿਕ ਡਿਵੈਲਪਮੈਂਟ ਨਹੀਂ, ਇਕਨੋਮਿਕ ਡਿਵੈਲਪਮੈਂਟ ਦੇ ਵਿੱਚ ਉਸ ਦੇ ਵਿੱਚ ਕੋਈ ਗੱਲ ਨਹੀਂ ਹੈਗੀ ਜੀ। ਤਾਂ ਆਹ ਜਿਹੜੇ ਤਿੰਨ ਨੇ ਇਹ ਕੀ ਹੈ, ਆਪਣੀ ਬੱਚੇ ਦੀ ਆਲ ਰਾਊਂਡ ਡਿਵੈਲਪਮੈਂਟ ਦੇ ਵਿੱਚ ਆਉਂਦਾ ਜੀ। ਨੈਕਸਟ ਦੇਖੋ ਜੀ, ਸਾਊਂਡ ਕੈਨ ਨੋਟ ਬੀ ਟਰੈਵਲ ਥਰੂ ਦੀ ਸੋਲਿਡ, ਲਿਕੁਇਡ, ਵੈਕਿਊਮ, ਬੋਥ ਏ ਐਂਡ ਸੀ। ਦੇਖੋ ਵੈਕਿਊਮ ਦੇ ਵਿੱਚ ਕਦੇ ਨਹੀਂ ਜਾ ਸਕਦਾ। ਆਪਾਂ ਨੂੰ ਪਤਾ ਕਿ ਸਾਊਂਡ ਨੂੰ ਟਰੈਵਲ ਹੋਣ ਵਾਸਤੇ ਹਵਾ ਦੀ ਯਾਨੀ ਕਿ ਜ਼ਰੂਰਤ ਹੁੰਦੀ ਹੈ ਜੀ। ਇੱਕ ਜਗ੍ਹਾ ਦੂਜੀ ਜਗ੍ਹਾ ਜਾਣ ਵਾਸਤੇ ਕਿਸੇ ਨਾ ਕਿਸੇ ਮੀਡੀਅਮ ਦੀ ਜ਼ਰੂਰਤ ਹੁੰਦੀ ਹੈ ਜੀ। ਤਾਂ ਵੈਕਿਊਮ ਦੇ ਵਿੱਚ ਨਹੀਂ ਜਾਊਗਾ। ਤਾਂ ਸਾਊਂਡ ਜਿਹੜੀਆਂ ਸਾਊਂਡ ਵੇਵ ਹੁੰਦੀਆਂ ਨੇ ਉਹ ਸਭ ਤੋਂ ਜ਼ਿਆਦਾ ਜਿਹੜੀਆਂ ਚੱਲਦੀਆਂ ਨੇ ਉਹ ਕਿਹਦੇ ਵਿੱਚ ਚੱਲਦੀਆਂ ਨੇ, ਸੋਲਿਡ ਦੇ ਵਿੱਚ ਚੱਲਦੀਆਂ ਨੇ, ਉਸ ਤੋਂ ਘੱਟ ਲਿਕੁਇਡ ਦੇ ਵਿੱਚ ਚੱਲਦੀਆਂ ਨੇ ਜੀ, ਔਰ ਸਭ ਤੋਂ ਘੱਟ ਏਅਰ ਦੇ ਵਿੱਚ ਚੱਲਦੀਆਂ ਨੇ, ਠੀਕ ਹੈ ਜੀ। ਇਹ ਸਾਊਂਡ ਵੇਵ। ਨੈਕਸਟ ਦੇਖੋ ਜੀ, ਸ਼ੇਵਿੰਗ ਮਿਰਰ ਇਜ਼ ਏ ਕਨਕੇਵ ਮਿਰਰ ਹੈ, ਕਨਵੈਕਸ ਮਿਰਰ ਹੈ, ਪਲੇਨ ਮਿਰਰ ਹੈ, ਸਿੰਪਲ ਮਿਰਰ ਹੈ। ਇਸ ਦਾ ਕੁਐਸਚਨ ਹਰ ਸਾਲ ਜੀ ਪੁੱਛਿਆ ਜਾ ਰਿਹਾ, ਇਸ ਕਰਕੇ ਆਪਾਂ ਇਸ ਦੇ ਬਾਰੇ ਪੂਰੀ ਦੀ ਪੂਰੀ ਨੌਲੇਜ ਲੈ ਲਈਏ। ਕਨਕੇਵ ਮਿਰਰ ਦੇਖੋ ਕਿੱਥੇ ਯੂਜ਼ ਕੀਤਾ ਜਾਂਦਾ, ਮੈਂ ਦੱਸ ਰਿਹਾ ਯੂਜ਼ ਆਫ ਕਨਕੇਵ ਮਿਰਰ। ਕਨਕੇਵ ਮਿਰਰ ਦਾ ਜਿਹੜਾ ਯੂਜ਼ ਹੈ ਜੀ ਉਹ ਕਿੱਥੇ ਕੀਤਾ ਜਾਂਦਾ, ਟੋਰਚ ਦੇ ਵਿੱਚ। ਟੋਰਚ ਵਗੈਰਾ ਹੋ ਗਈ ਜੀ, ਵਹੀਕਲ ਹੋ ਗਏ ਆਪਣੇ, ਵਹੀਕਲ ਵਗੈਰਾ, ਵਹੀਕਲ ਦੇ ਵਿੱਚ ਜਿਹੜੀਆਂ ਹੈਡਲਾਈਟਾਂ ਹੁੰਦੀਆਂ ਨੇ ਉਹਦੇ ਵਿੱਚ ਯੂਜ਼ ਕੀਤਾ ਜਾਂਦਾ ਜੀ। ਹੋਰ ਸ਼ੇਵਿੰਗ ਮਿਰਰ ਤੌਰ ਤੇ ਵੀ ਇਹੀ ਯੂਜ਼ ਕੀਤਾ ਜਾਂਦਾ ਜੀ। ਹੋਰ ਆਪਾਂ ਕਹਿ ਸਕਦੇ ਹਾਂ ਜੀ ਡੈਂਟਿਸਟ ਵੀ ਇਸ ਨੂੰ ਯੂਜ਼ ਕਰਦੇ ਨੇ ਜੀ। ਡਾਕਟਰ ਵਗੈਰਾ ਜਿਹੜੇ ਦੰਦਾਂ ਦੇ ਡਾਕਟਰ ਨੇ, ਦੰਦਾਂ ਦੇ ਵਿੱਚ ਹੋਣ ਵਾਲੀ ਡਿਜ਼ੀਜ਼ ਬਾਰੇ ਐਨਾਲਾਈਜ਼ ਕਰਨ ਵਾਸਤੇ ਉਹ ਕੀ ਯੂਜ਼ ਕਰਦੇ ਨੇ, ਇਹੀ ਕਨਕੇਵ ਮਿਰਰ ਦਾ ਹੀ ਯੂਜ਼ ਕਰਦੇ ਨੇ। ਸੋਲਰ ਕੁੱਕਰ ਦੇ ਵਿੱਚ ਵੀ ਇਸ ਦਾ ਹੀ ਯੂਜ਼ ਕੀਤਾ ਜਾਂਦਾ ਜੀ। ਹੋਰ ਬਹੁਤ ਸਾਰੀਆਂ ਨੇ। ਨੈਕਸਟ ਦੇਖੋ ਕਨਵੈਕਸ ਦਾ ਜੀ। ਕਨਵੈਕਸ ਦੇ ਕੀ ਯੂਜ਼ ਨੇ, ਕਨਵੈਕਸ ਮਿਰਰ ਯੂਜ਼ ਕੀਤਾ ਜਾਂਦਾ ਐਜ਼ ਏ ਸਾਈਡ ਮਿਰਰ। ਵਹੀਕਲ ਦੇ ਵਿੱਚ ਆਪਾਂ ਨੇ ਦੇਖਿਆ ਕਿ ਸਾਈਡ ਮਿਰਰ ਦੇ ਤੌਰ ਤੇ ਯੂਜ਼ ਕੀਤਾ ਜਾਂਦਾ ਜੀ। ਨੈਕਸਟ ਹੈ ਜੀ ਪਲੇਨ ਮਿਰਰ। ਪਲੇਨ ਮਿਰਰ ਆਪਣਾ ਸਬਮੈਰੀਨ ਦੇ ਵਿੱਚ ਯੂਜ਼ ਕੀਤਾ ਜਾਂਦਾ ਜੀ। ਜਿਹੜਾ ਪਲੇਨ ਮਿਰਰ ਆ ਉਹ ਕਿਹਦੇ ਵਿੱਚ ਯੂਜ਼ ਕੀਤਾ ਜਾਂਦਾ, ਸਬਮੈਰੀਨ ਦੇ ਵਿੱਚ ਯੂਜ਼ ਕੀਤਾ ਜਾਂਦਾ ਜੀ। ਸਬਮੈਰੀਨ ਦੇ ਵਿੱਚ ਵੀ ਕਿਸ ਜਗ੍ਹਾ 'ਤੇ ਯੂਜ਼ ਕੀਤਾ ਜਾਂਦਾ ਜੀ, ਜਿਹੜੀ ਸਬਮੈਰੀਨ ਦੇ ਵਿੱਚ ਕੀ ਬਣੀ ਹੁੰਦੀ ਹੈ, ਪੈਰੀਸਕੋਪ ਬਣੀ ਹੁੰਦੀ ਹੈ, ਉਸ ਦੇ ਵਿੱਚ ਯੂਜ਼ ਕੀਤਾ ਜਾਂਦਾ ਜੀ, ਠੀਕ ਹੈ ਜੀ। ਇਸ ਦੀ ਆਪਸ਼ਨ ਹੈ ਜੀ ਸ਼ੇਵਿੰਗ ਮਿਰਰ ਦੇ ਤੌਰ ਤੇ ਕਿਹੜਾ ਯੂਜ਼ ਕੀਤਾ ਜਾਂਦਾ ਜੀ, ਕਨਕੇਵ ਮਿਰਰ। ਨੈਕਸਟ ਦੇਖੋ ਜੀ, loudness of the sound is determined by the amplitude of the sound, wavelength of the sound, frequency of the wave ਜਾਂ speed of the ਸਾਊਂਡ ਵੇਵ। ਇਸ ਦੇ ਵਿੱਚ ਕੀ ਹੈ, ਐਂਪਲੀਟਿਊਡ ਦੇ ਉੱਤੇ ਡਿਪੈਂਡ ਕਰਦਾ ਜੀ ਲਾਊਡਨੈਸ ਆਫ ਦੀ ਸਾਊਂਡ। ਉਸ ਤੋਂ ਬਾਅਦ ਹੈਗੀ ਆਪਣੀ ਫਰੀਕੁਐਂਸੀ, ਆਪਾਂ ਨੂੰ ਉਹੀ ਆਵਾਜ਼ ਆਡੀਬਲ ਹੁੰਦੀ ਹੈ ਜੀ ਜਿਸ ਦੀ ਫਰੀਕੁਐਂਸੀ 20 ਹਰਟਜ਼ ਤੋਂ ਲੈ ਕੇ 20 ਕਿਲੋ ਹਰਟਜ਼ ਤੱਕ ਹੁੰਦੀ ਹੈ ਜੀ, ਠੀਕ ਹੈ ਜੀ। ਉਸ ਤੋਂ ਬਾਅਦ ਆਪਣੀ ਵੇਵ ਲੈਂਥ ਕੀ ਹੁੰਦੀ ਹੈ ਜੀ, ਵੇਵ ਲੈਂਥ ਹੁੰਦੀ ਹੈ 2 ਐਡਜਸੈਂਟ ਜਿਹੜੀਆਂ ਵੇਵ ਹੁੰਦੀਆਂ ਨੇ ਉਹਨਾਂ ਦੇ ਪੁਆਇੰਟਾਂ ਦੇ ਵਿੱਚ ਜਿਹੜੀ ਡਿਸਟੈਂਸ ਦੈਟ ਇਜ਼ ਕਾਲਡ ਵੇਵ ਲੈਂਥ, ਠੀਕ ਹੈ ਜੀ। ਔਰ 1 ਸੈਕਿੰਡ ਦੇ ਵਿੱਚ ਜਦੋਂ 20 ਵੇਵ ਪਾਸ ਹੋ ਜਾਂਦੇ ਨੇ ਤਾਂ ਆਪਾਂ ਕੀ ਕਹਿੰਦੇ ਆ 20 ਹਰਟਜ਼ ਹੋ ਗਿਆ, ਠੀਕ ਹੈ ਜੀ। ਯਾਨੀ ਕਿ 1 ਸੈਕਿੰਡ ਦੇ ਵਿੱਚ 20 ਵੇਵ ਪਾਸ ਹੋਣੇ ਜ਼ਰੂਰੀ ਨੇ ਜੀ, ਤਦ ਹੀ ਆਪਾਂ ਨੂੰ ਆਵਾਜ਼ ਸੁਣਾਈ ਦੇਊਗੀ। ਤਾਂ ਕੁਐਸਚਨ ਨੰਬਰ ਨੈਕਸਟ ਦੇਖੋ ਜੀ, ਕੁਐਸਚਨ ਨੰਬਰ 139 ਦੇਖੋ, ਵਿਚ ਆਫ ਦੀ ਫਲੋਇੰਗ ਇਜ਼ ਨੋਟ ਦੀ ਟਰੂ ਫॉर ਦੀ ਮੈਟਲ। ਮੈਟਲ ਦੇ ਵਿੱਚੋਂ ਇਹਦੇ ਵਿੱਚੋਂ ਕਿਹੜੀ ਪ੍ਰੋਪਰਟੀ ਮੈਟਲ ਦੀ ਨਹੀਂ ਹੈਗੀ। ਡਕਟਿਲਿਟੀ ਤਾਂ ਆਪਾਂ ਨੂੰ ਪਤਾ ਜੀ ਵਾਇਰ ਦੀ ਵਾਇਰ ਪ੍ਰੋਪਰਟੀ ਹੈ ਜੀ ਮੈਟਲ ਦੀ। ਔਰ ਮੈਲੇਬਿਲਿਟੀ ਸ਼ੀਟ ਪ੍ਰੋਪਰਟੀ ਹੈ ਜੀ।
शीट बनदियां ने, ठीक है ना। नॉन कंडक्टिंग ऑफ हीट, हीट तक कंडक्ट करते, इस करके ऑप्शन यही करैक्ट हो जू। रिंगिंग ऑफ द साउंड, रिंगिंग ऑफ साउंड भी प्रॉपर्टी यदि मैटल की है जिन्होंने आप की कहने होंगे प्रॉपर्टी नू सनोरस, सनोरस प्रॉपर्टी है तो अपनी मैटल दी जी। नैक्सट देखो क्वेश्चन नंबर 140, a solar eclipse is caused when the sun come between the earth and the moon, कि सन जो सूरज अर्थ ਤੇ ਮੂਨ ਦੇ ਵਿੱਚ ਆ ਜਾਵੇ ਤਦ ਇਹ ਬਣੂਗਾ ਜੀ ਇਕਲਿਪਸ, सूरज ग्रह तद लगूगा। दी मून कम्स बिटवीन द सन एंड अर्थ, हाँ जी बिल्कुल यही ऑप्शन मून कम्स बिटवीन द सन एंड अर्थ, बिल्कुल ऑप्शन नंबर बी करैक्ट है जी अपनी। इस देखो जी आ सूरज आ मान लो और अपनी अर्थ है जी, तो सूरज तो आने वाली रोशनी नू मून की करदा जी रोक लैंदा, जिस दे नाल की बनदा जी सोलर इकलिप्स बनदा जी। नैक्सट देखो जी क्वेश्चन नंबर 141, विच बॉडी विल शिंक इन दी वाटर, वाटर दे विच किहड़ी बॉडी डुੱਬ जूगी जदों कि वाटर की डेंसिटी जिहड़ी होवे 1 ग्राम पर सेंटीमीटर क्यूब होवे। तो इस दे विच देखो जी जिस बॉडी की डेंसिटी वाटर की बॉडी तो यानी कि वाटर की डेंसिटी तो घट होगी जी, वो की होगी उपर फ्लोट करती रहूगी और बाकी की होणगियां शिंक कर जाएंगियां, ठीक है नहीं। तो देखते हैं आप कि शिंक कर दी जी। बॉडी हैविंग डेंसिटी ऑफ 500 kg पर मीटर स्केयर, देखो इन्हू पहले सेंटीमीटर कन्वर्ट करो, एक ही बन जाओ 0.5 ग्राम पर सेंटीमीटर क्यूब, ठीक है जी। उस तो बाद नैक्सट देखो जी आह वाली की ये पहले ग्रामां दे विच है जी, तो इनू तो आप छेड़ते नहीं है। नैक्सट देखो जी ये किलोग्रामां दे विच, इनू भी चेंज कर लो, ये किहदे बराबर आ जाऊगी 0.125 ग्राम पर सेंटीमीटर क्यूब। उस तो बाद अपने लिए ये भी पहला ही किहदे विच है जी ग्रामां दे विच है। तो सब तो ज़्यादा देखो ये भी फ्लोट करती रहूगी, ये भी फ्लोट करती रहूगी, यानी कि ए वाली भी सी वाली भी और डी वाली भी की होंगी सारे डेंसिटी की है जी वाटर तो घट है, जिस करके ये फ्लोट करते रहेंगे। सिंक सिर्फ किहड़ी होगी बॉडी बी होगी, बॉडी बी हैविंग डेंसिटी 988 ग्राम मीटर क्यूब पर मीटर क्यूब के बराबर है जी, ठीक है जी। नैक्सट देखो क्वेश्चन नंबर 142, रॉकेट वर्क ऑन दी प्रिंसीपल ऑफ कंजरवेशन ऑफ, प्रिंसीपल ऑफ कंजरवेशन ऑफ मोमेंटम के उत्ते, एनर्जी के उत्ते, मास के उत्ते, वेलोसिटी के उत्ते। तो कंजरवेशन ऑफ मोमेंटम के उत्ते काम करता जी, और मोमेंटम किहदे बराबर होंदा मास इंटू वेलोसिटी के बराबर होंदा जी अपना। नैक्सट देखो क्वेश्चन नंबर 143 ਦੇ ਵਿੱਚ द पावर ऑफ द अर्थक्वेक इज़ एक्सप्रैसड इन टर्म ऑफ द मैगनीट्यूड ऑन द स्केल कॉल्ड, ਉਹ ਸਕੇਲ ਨੂੰ ਕੀ ਕੀਤਾ ਜਾਂਦਾ ਜੀ, ਕੀ ਕਿਹਾ ਜਾਂਦਾ ਜੀ, ਉਹਨੂੰ ਕਿਹਾ ਜਾਂਦਾ ਰਿਚਟਰ ਸਕੇਲ। ਰਿਚਟਰ ਸਕੇਲ ਦੇ ਵਿੱਚ ਕੀ ਬਣਦਾ ਜੀ ਸਿਸਮੋਗ੍ਰਾਫ ਬਣਦਾ ਜੀ, ਸਿਸਮੋਗ੍ਰਾਫ ਆਕਸੀਲੇਸ਼ਨ ਬਣਦੀਆਂ ਨੇ, ਜਿਸ ਦੇ ਥਰੂ ਆਪਾਂ ਨੂੰ ਅਰਥਕੁਇਕ ਦਾ ਮੈਗਨੀਟਿਊਡ पता लगता जी। नैक्सट देखो जी क्वेश्चन नंबर 144 देखो जी दी बेस यूज टू मेक एन एसिड इज़, जिहड़ा जी स्टोमक दे विच एसिडिटी बनती है उसनूं न्यूट्रलाइज करने वास्ते किहड़ा इन्हां विचों यूज़ किया जाता कि कास्टिक सोडा या मिल्क ऑफ मैगनीशिया स्लेक्ट लाइम और कास्टिक पोटाश। तो आपां इस दे विच किहड़ा यूज़ किया जाता मिल्क ऑफ मैगनीशिया यूज़ किया जाता। मिल्क ऑफ मैगनीशिया दे विच मैगनीशियम हाइड्रोक्साइड हुंदे ने जी, और आप यूज़ कर सकते हैं सोडियम हाइड्रोजन कार्बोनेट यूज़ कर सकते हैं टू न्यूट्रलाइज दी, यानी कि एसिडिटी नू न्यूट्रलाइज करने वास्ते, ठीक है जी। नैक्सट देखो जी क्वेश्चन नंबर 145 द बक मिनिस्टर फ्लोरेंस हैज़, यानी कि बक मिनिस्टर फ्लोरेंस दे विच किन्ने कार्बन हुंदे ने, इन्हां विचों देखो जी किहड़ा है, तो उस दे विच सिर्फ और सिर्फ 60 कार्बन एटम्स हुंदे ने, जिसनूं आपां की कहने बक मिनिस्टर फ्लोरेंस कहा जाता जी। नैक्सट देखो जी क्वेश्चन नंबर 146 विच ऑफ द फ्लोमिंग इज़ लुइस एसिड, इन्हां विचों किहड़ा लुइस एसिड है जी, इस दे विच लुइस एसिड किहड़ा जी FeCl3, इस दे विच की हुंदा जी आयरन की करदा जी शो करदा 5 इलैक्ट्रॉन टेंडेंसी शो करता, जिस दे विच पेयर ऑफ यानी कि एक पेयर ऑफ इलैक्ट्रॉन एक्सैप्ट कर लिता जाता फ्रॉम लुइस एसिड तो किहदे द्वारा Fe दे द्वारा, जिस करके इसनूं की किया जाता जी लुइस एसिड किया जाता जी, ठीक है जी।
ਨੈਕਸਟ ਦੇਖੋ ਜੀ ਕੁਐਸਚਨ ਨੰਬਰ 147 ਵਿਚ ਆਫ ਦ ਫਲੋਇੰਗ ਰਿਐਕਸ਼ਨ ਡਜ਼ ਨੋਟ ਟੇਕਸ ਪਲੇਸ, ਇਹਨਾਂ ਵਿੱਚੋਂ ਕਿਹੜੀ ਰਿਐਕਸ਼ਨ ਨਹੀਂ ਹੋਗੀ। ਦੇਖੋ ਇਹ ਵੀ ਰਿਐਕਸ਼ਨ ਹੋ ਜਾਊਗੀ, ਇਹ ਵੀ ਹੋ ਜਾਊਗੀ, ਇਹ ਨਹੀਂ ਹੋਣੀ। ਕਿਉਂ ਨਹੀਂ ਹੋਣੀ? ਕਿਉਂਕਿ ਆਪਾਂ ਨੂੰ ਪਤਾ ਹੈ ਕਿ ਜਿਹੜਾ ਆਇਰਨ ਹੈ ਉਹ ਮੋਰ ਰਿਐਕਟਿਵ ਆ ਕਿਹਦੇ ਨਾਲੋਂ? ਕੋਪਰ ਦੇ ਨਾਲੋਂ। ਤਾਂ ਆਇਰਨ SO4 ਨੂੰ ਇਸ ਨੂੰ ਨਹੀਂ ਦੇਊਗਾ, ਠੀਕ ਹੈ ਨਹੀਂ, ਯਾਨੀ ਕਿ ਡਿਸਪਲੇਸਮੈਂਟ ਰਿਐਕਸ਼ਨ ਨਹੀਂ ਹੋਣੀ ਕਿਉਂਕਿ ਰਿਐਕਟੀਵਿਟੀ ਆਫ ਆਇਰਨ ਮੋਰ ਦੈਨ ਕੋਪਰ, ਠੀਕ ਹੈ ਜੀ, ਇਹ ਵਾਲੀ ਰਿਐਕਸ਼ਨ ਨਹੀਂ ਹੋਣੀ। ਨੈਕਸਟ ਦੇਖੋ ਜੀ ਕੁਐਸਚਨ ਨੰਬਰ 148 ਵਾਟ ਇਜ਼ ਦੀ ਬੌਂਡ ਆਰਡਰ। ਬੌਂਡ ਆਰਡਰ ਕੀ ਹੁੰਦਾ ਜੀ? ਬੌਂਡ ਆਰਡਰ ਹੁੰਦਾ ਜੀ ਕਿ ਨੰਬਰ ਆਫ, ਉਰੇ ਮੈਂ ਲਿਖ ਦਿੰਦਾ ਜੀ, ਬੌਂਡ ਆਰਡਰ ਕਿਹਦੇ ਬਰਾਬਰ ਹੁੰਦਾ ਜੀ? ਨੰਬਰ ਆਫ ਇਲੈਕਟ੍ਰੋਨ ਇਨ ਬੌਂਡਿੰਗ ਮਾਈਨਸ ਨੰਬਰ ਆਫ ਇਲੈਕਟ੍ਰੋਨ ਇਨ ਐਂਟੀ ਬੌਂਡਿੰਗ ਅਪੋਨ 2। ਤਾਂ ਨੰਬਰ ਆਫ ਇਲੈਕਟ੍ਰੋਨ ਇਨ ਬੌਂਡਿੰਗ ਇਹਦੇ ਵਿੱਚ ਕਿੰਨੇ ਹੁੰਦੇ? 10 ਹੁੰਦੇ ਨੇ, ਔਰ ਐਂਟੀ ਬੌਂਡਿੰਗ ਦੇ ਵਿੱਚ 7 ਹੁੰਦੇ ਨੇ ਅਪੋਨ 2। ਤਾਂ ਕਿੰਨਾ ਆ ਜਾਊਗਾ? 3/2 ਆਂਸਰ ਆ ਜਾਊ 1.5। ਤਾਂ ਆਪਸ਼ਨ ਨੰਬਰ C ਕਰੈਕਟ ਹੋ ਜਾਊਗੀ ਜੀ। ਨੈਕਸਟ ਦੇਖੋ ਵਾਟ ਇਜ਼ ਦੀ ਫਾਰਮੂਲਾ ਆਫ ਦੀ ਨਾਈਟ੍ਰੋਜਨ 4 ਆਕਸਾਈਡ। ਨਾਈਟ੍ਰੋਜਨ 4 ਆਕਸਾਈਡ ਦਾ ਜਿਹੜਾ ਫਾਰਮੂਲਾ ਜੀ ਉਹ ਕੀ ਹੋਊਗਾ ਜੀ? NO2। ਤਾਂ NO2 ਦਾ ਜਿਹੜਾ ਫਾਰਮੂਲਾ ਬਣਦਾ ਜੀ ਉਹ ਇਸ ਤਰ੍ਹਾਂ ਦਾ ਬਣਦਾ ਜੀ, ਜਿਸ ਦੇ ਵਿੱਚ ਕੀ ਹੁੰਦਾ ਇੱਧਰ ਨੈਗੇਟਿਵ ਤਾਂ ਉਰੇ ਕੀ ਆ ਜਾਂਦਾ? ਪੋਜ਼ਿਟਿਵ ਚਾਰਜ ਆ ਜਾਂਦਾ ਜੀ। ਨੈਕਸਟ ਦੇਖੋ ਕੁਐਸਚਨ ਨੰਬਰ 150 ਦੇ ਵਿੱਚ ਦੇਖੋ ਵਿਚ ਆਫ ਦੀ ਫਲੋਇੰਗ ਐਲੀਮੈਂਟ ਇਜ਼ ਏ ਮੈਟਲ। ਇਹਨਾਂ ਵਿੱਚੋਂ ਕਿਹੜੀ ਮੈਟਲ ਹੈ? ਦੇਖੋ ਇਹ ਐਟੋਮਿਕ ਨੰਬਰ ਕਿਹਦਾ ਜੀ? ਕਲੋਰੀਨ ਦਾ, ਇਸ ਕਰਕੇ ਇਹ ਵੀ ਨੋਨ ਮੈਟਲ ਹੈ। 6 ਕਾਰਬਨ ਦਾ ਨੋਨ ਮੈਟਲ ਹੈ। 15 ਫਾਸਫੋਰਸ ਦਾ ਮੈਟਲ ਹੈ ਜੀ। और 12 की है मैग्नीशियम का, एक ही है मैटल अपने लवे, इस करके ऑप्शन नंबर डी करैक्ट हो जूगी। ये जी अपना साइंस क्वेश्चन जिस क्वेश्चन नंबर 120 तो लेके अपने 150 तक कंप्लीट किए ने, जिसनों पूरी अपने एक्सप्लेनेशन के नाल सोल्व किया जी।